ਘਰ ਦੂਜਾ ਮਹਿਲਾ ਪੰਜਵਾ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਭ ਉਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ। ਰਹਾਉ ਹੈ ਤੂੰ ਹੋਵਨਹਾਰ, ਅਗੰਮ ਅਗਾਧ ਊਚ ਆਪਾਰ। ਜੋ ਤੁਧ ਸੇਵੈ ਤਿਨ ਪਾਉ ਦੁਖ ਨਾਹੀ, ਗੁਰ ਪ੍ਰਸਾਦ ਨਾਨਕ ਗੁਣ ਗਾਏ। ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਦਾਨ ਗੋਵਿੰਦ ਅਨੂਪ। ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕਉ ਬਲਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਝੋਂ ਤੂਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਝੋਂ ਤੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ। ਸਾਹਿਬ ਜੀਓ ਧੰਨ ਸੋ ਵੇਲਾ, ਘੜੀ ਧੰਨ ਧੰਨ ਮਹੂਰਤ ਭਲ ਸਾਰ। ਧੰਨ ਸੋ ਦਿਨ ਸੇ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਸਤਨਾਮ ਵਾਹਿਗੁਰੂ। ਸਾਹਿਬ ਜੀਓ ਬਾਰਾਂਮਾਹ ਮਾਝ ਮਹਿਲਾ ਪੰਜਵਾ। ਘਰ ਚੌਥਾ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਤੇਨ ਦੁਦੈ ਤੇ ਬਾਰੀ, ਕਿਤੈ ਨ ਆਵੈ ਕਾਮ। ਜਲ ਬਿਨ ਸਾਖ ਕੁਮਲਾਵਤੀ, ਉਪਜੈ ਨਾਹੀ ਦਾਮ। ਹਰ ਨਾਮ ਨ ਮਿਲਿਐ ਸਾਜਨੈ, ਕਤ ਪਾਈਐ ਬਿਸਰਾਮ। ਜਿਤ ਘਰ ਹਰ ਕੰਤ ਨ ਪ੍ਰਗਟਈ, ਭੱਠ ਨਗਰ ਸੇ ਗ੍ਰਾਮ। ਸਰਬ ਸ਼ਿਕਾਰ ਤੰਬੋਲ ਰਸ, ਸੜਦੇ ਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸਜਣ ਸਭ ਜਾਮ। ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀਜੈ ਨਾਮ। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨੇ ਚਲ ਧਾਮ। ਚੇਤ ਗੋਵਿੰਦ ਆਰਾਧੀਐ, ਹੋਵੇ ਆਨੰਦ ਕਣਾ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪੜਾ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸੈ ਗੁਣਾ। ਇਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਜਲ ਥਲ ਮਈਅਲ ਪੂਰਿਆ, ਰਵਿਆ ਵਿੱਚ ਵੜਾ। ਸੋ ਪ੍ਰਭ ਚਿਤ ਨਾ ਆਵਈ, ਕਿਤੜਾ ਦੁਖ ਗਣਾ। ਜਿਨੀ ਰਾਵਿਆ ਸੋ ਪ੍ਰਭੂ, ਤਿਨਾ ਭਾਗ ਮਣਾ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
सतनाम श्री वाहिगुरु साहिब जी। एक ओंकार सतनाम करता पुरख निरभउ निर्वैर अकाल मूरत अजूनी सैभम गुर प्रसाद। जप आदि सच जुगाद सच है बे सच नानक होसी भी सच। जपो जी सारे आदि सच जुगाद नानक होसी भी सच। फिर जपो जी सारे आदि सच जुगाद नानक होसी भी सच। एक मन पूरख ध्याए वरदाता संत सहार। सदा बिख्याता तास चरण लहरि दे बसाऊं। तो परम गुरु नानक गुण गाऊं। तास चरण लहरि दे बसाऊं। तो परम गुरु नानक गुण गाऊं। वाहिगुरु जी का खालसा वाहिगुरु जी की फतेह। गाज वाज के फतेह बुलाओ जी। वाहिगुरु जी का खालसा वाहिगुरु जी की फतेह। बड़ी साहब की किरपा हुई बख्शिश हुई। ਆਪਾਂ ਸਾਰਿਆਂ ਨੂੰ रल मिल के संगत ਵਿੱਚ ਬਹਿਣ ਦਾ ਮੌਕਾ ਮਿਲਿਆ ਅਵਸਰ ਮਿਲਿਆ। ਸਾਹਿਬ ਦੀ ਅੰਮ੍ਰਿਤਮਈ ਬਾਣੀ ਦੇ ਆਪ ਜੀ ਹਰੀ ਜਸ ਕੀਰਤਨ ਸਰਵਣ ਕਰਦੇ ਪਏ ਸੋ ਇਹ ਮੁਬਾਰਕ ਘੜੀਆਂ ਦੇ ਵਿੱਚ ਸਾਹਿਬ ਦਾ ਆਪ ਜੀ ਨੇ ਅੱਜ ਦਾ ਪਾਵਨ ਪਿੱਤਰ ਹੁਕਮਨਾਮਾ ਸਰਵਣ ਕੀਤਾ ਜੋ ਕਿ ਤਿਲੰਗ ਰਾਗ ਦੇ ਵਿੱਚ ਹੈ। ਜਿੰਨੀ ਸਤਿਗੁਰ ਨੇ ਮਤਵ ਬਖਸ਼ੀ ਹੈਗੀ ਉਸ ਹਿਸਾਬ ਨਾਲ ਆਪ ਜੀ ਦੇ ਅੱਗੇ ਤੁਛ ਬੁੱਧੀ ਅਨੁਸਾਰ ਜੋ ਅਰਥ ਸਤਿਗੁਰੂ ਕੁਰਾਨ ਮੈਂ ਆਪ ਜੀ ਦੇ ਅੱਗੇ ਰੱਖਾਂ। ਉਸ ਤੋਂ ਪਹਿਲੇ ਆਪਣੇ ਭਜਦੇ ਦੌੜਦੇ ਹੋਏ ਮਨ ਨੂੰ ਗੁਰੂ ਕੇ ਸ਼ਬਦ ਵਿੱਚ ਟਿਕਾਉਣ ਵਾਸਤੇ ਸਾਰੇ ਉਚਾਰਨ ਕਰੋ ਜੀ। ਸਤਨਾਮ ਸ਼੍ਰੀ। ਫਿਰ ਗੱਜ ਕੇ ਆਖੋ ਜੀ ਸਤਨਾਮ ਸ਼੍ਰੀ। ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਘਰ ਦੇ ਵਿੱਚ ਸਾਹਿਬ ਨੇ ਇੱਕ ਮਰਿਆਦਾ ਬੰਨੀ ਬਈ ਜਦੋਂ ਕੀਰਤਨ ਆਰੰਭ ਹੋਣਾ ਹੈ ਤੇ ਆਰੰਭਤਾ ਦੇ ਵਿੱਚ ਹਰ ਸਮੇਂ ਸਤਿਗੁਰ ਨੇ ਇੱਕ ਮਰਿਆਦਾ ਵੱਜੀ ਸੀ ਬਈ ਨਿਰਧਾਰਿਤ ਰਾਗ ਦੱਸਿਆ ਸੀ। ਨਿਰਧਾਰਿਤ ਰਾਗ ਨਿਰਧਾਰਿਤ ਤਾਲ। ਸਤਿਗੁਰ ਨੇ ਹਰ ਸ਼ਬਦ ਦੇ ਉੱਤੇ ਰਾਗ ਦਾ ਨਾਂ ਲਿਖਿਆ। ਅਗਰ ਤਿਲੰਗ ਰਾਗ ਦੇ ਵੀ ਸ਼ਬਦ ਉਚਾਰਨ ਕੀਤਾ ਤੇ ਹਰ ਸ਼ਬਦ ਦੀ ਆਰੰਭਤਾ ਦੇ ਵਿੱਚ ਰਾਗ ਦਾ ਨਾਮ ਲਿਖਿਆ। ਐਸਾ ਹਰ ਰਾਗ ਦੇ ਵਿੱਚ ਅਗਰ ਸਾਹਿਬ ਨੇ 31 ਰਾਗਾਂ ਦੇ ਵਿੱਚ ਬਾਣੀ ਅੰਕਿਤ ਕੀਤੀ ਹੈਗੀ ਹੈ। ਜਿਤਨੇ ਸ਼ਬਦ ਨੇ ਜਿਸ ਰਾਗ ਦੇ ਵਿੱਚ ਆਰੰਭ ਹੁੰਦੇ ਨੇ ਉਪਰੰਤ ਪ੍ਰਥਮ ਰਾਗ ਦਾ ਨਾਮ ਤੇ ਨਾਲ ਹੀ ਤਾਲ ਦਾ ਵੀ ਜ਼ਿਕਰ ਕੀਤਾ ਹੈ ਵੀ ਕਿਹੜੇ ਘਰ ਦੇ ਵਿੱਚ ਗਾਉਣਾ ਹੈ। ਇਹ ਜਿਸ ਤਰ੍ਹਾਂ ਆਪ ਜੀ ਨੇ ਸਰਵਣ ਕੀਤਾ ਹੈ ਅੱਜ ਦਾ ਜਿਹੜਾ ਪਾਵਨ ਪਿੱਤਰ ਹੁਕਮਨਾਮਾ ਹੈ ਇਹਨੂੰ ਤਿਲੰਗ ਰਾਗ ਦੇ ਉਚਾਰਨ ਕੀਤਾ ਹੈ। ਜਿਨ੍ਹਾਂ ਨੂੰ ਰਾਗ ਦੀ ਸਮਝ ਹੈ ਮਸ ਹੈ ਉਹਨਾਂ ਨੂੰ ਪਤਾ ਹੈਗਾ ਵੀ ਇਹ ਜਿਹੜਾ ਰਾਗ ਹੈ ਹਾਈ ਮਾਈ ਬੜੀ ਸਰਲਤਾ ਦੇ ਨਾਲ ਨਹੀਂ ਸਿੱਖਿਆ ਜਾਂਦਾ। ਮੈਨੂੰ ਚੰਗੇ ਤਰੀਕੇ ਯਾਦ ਹੈ ਭਾਈ ਸਾਹਿਬ ਭਾਈ ਕੰਵਰਪਾਲ ਸਿੰਘ ਜੀ ਕਲਾਸੀਕਲ ਦੇ ਮਹਾਨ ਰਾਗੀ ਮਹਾਨ ਕੀਰਤਨੀਏ ਉਹਨਾਂ ਨੇ ਆਪਣੇ ਜੀਵਨ ਕਾਲ ਦੀ ਘਟਨਾ ਮੇਰੇ ਨਾਲ ਸਾਂਝੀ ਕੀਤੀ।
ਕਹਿਣ ਲੱਗੇ ਮੈਂ ਤਿਲੰਗ ਰਾਗ ਸਿੱਖਣਾ ਸੀ, ਔਰ ਉਹ ਕਲਾਸੀਕਲ ਦੇ ਬੜੇ ਮਾਹਿਰ ਨੇ। ਦਰਬਾਰ ਸਾਹਿਬ ਦੇ ਜਿਤਨੇ ਰਾਗੀ ਨੇ ਜਿਨ੍ਹਾਂ ਨੂੰ ਕਲਾਸੀਕਲ ਦੇ ਵਿੱਚ ਕੀਰਤਨ ਕਰਨ ਦੀ ਮੱਸ ਹੈ, ਸ਼ੌਕ ਹੈ, ਉਹ ਉਹਨਾਂ ਕੋਲ ਉਚੇਚੇ ਤੌਰ ਦੇ ਉੱਤੇ ਕਲਾਸਾਂ ਲੈਂਦੇ ਨੇ। ਉਹਨਾਂ ਦੇ ਕੋਲ ਬੜੇ ਮਾਹਿਰ ਨੇ। ਔਰ ਸਤਿਕਾਰਯੋਗ ਮੇਰੇ ਵਿਦਿਆਦਾਤਾ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਦੇ ਕੋਲ ਵੀ ਉਹਨਾਂ ਦੀ ਸੰਗਤ ਦੇ ਵਿੱਚ ਵੀ 20 ਸਾਲ ਬਿਤਾਏ ਨੇ। 20 ਸਾਲ ਉਹਨਾਂ ਦੇ ਨਾਲ ਕੀਰਤਨ ਕਰਦੇ ਰਹੇ। ਇੱਕ ਦਿਨ ਉਹਨਾਂ ਨੇ ਜ਼ਿਕਰ ਕੀਤਾ, ਕਹਿਣ ਲੱਗੇ ਵੀ ਜਦੋਂ ਮੈਂ ਤਿਲੰਗ ਰਾਗ ਸਿੱਖਣਾ ਸੀ, ਧਿਆਨ ਦੇਣਾ, ਤਿਲੰਗ ਰਾਗ ਸਿੱਖਣ ਵਾਸਤੇ ਕਹਿੰਦੇ ਮੈਂ ਪੂਰੇ ਹਿੰਦੁਸਤਾਨ ਦੇ ਵਿੱਚ ਉਸਤਾਦ ਲੱਭਣ ਦੀ ਕੋਸ਼ਿਸ਼ ਕੀਤੀ ਵੀ ਕਿਤੇ ਮੈਨੂੰ ਤਿਲੰਗ ਰਾਗ ਸਿੱਖਣਾ ਕੋਈ ਐਸਾ ਵਿਦਿਆਦਾਤਾ ਮਿਲ ਜਾਵੇ ਜਿਹੜਾ ਮੈਨੂੰ ਕਲਾਸੀਕਲ ਦੇ ਵਿੱਚ ਤਿਲੰਗ ਰਾਗ ਸਿਖਾ ਦੇਵੇ। ਕਹਿੰਦੇ ਮੇਰੀ ਚੜ੍ਹਦੀ ਜਵਾਨੀ ਸੀ, ਮੈਂ ਲੱਭ ਰਿਹਾ। ਕਹਿੰਦੇ ਲੱਭਦਿਆਂ ਬੜਾ ਲੱਭਿਆ, ਨਹੀਂ ਲੱਭਿਆ। ਕਹਿੰਦੇ ਕਿਸੇ ਨੇ ਮੱਸ ਪਾਈ ਵੀ ਕੋਈ ਫਕੀਰ ਹੈ, ਧਿਆਨ ਦੇਣਾ, ਕੋਈ ਫਕੀਰ ਹੈ ਮੁਸਲਮਾਨ, ਉਹਨਾਂ ਦੇ ਕੋਲ ਜਾਓ, ਜੇ ਕਿਤੇ ਉਹ ਤੁਹਾਡੇ ਉੱਤੇ ਟੁੱਟ ਪਏ ਤੇ ਤੁਹਾਨੂੰ ਸ਼ਾਇਦ ਸਿਖਾ ਦੇਣ, ਸ਼ਾਇਦ। ਕਹਿੰਦੇ ਮੇਰੇ ਅੰਦਰ ਤਾਂਘ ਸੀ ਸਿੱਖਣ ਦੀ ਤਿਲੰਗ ਰਾਗ। ਮੈਂ ਸਾਰੇ ਰਾਗ ਸਿੱਖ ਬੈਠਾ ਸੀ, ਮਗਰ ਤਿਲੰਗ ਨਹੀਂ ਸੀ ਆਇਆ ਮੈਨੂੰ ਅਜੇ। ਮੇਰੇ ਅੰਦਰ ਤਾਂਘ ਸੀ, ਮੈਂ ਸਿੱਖਾਂ। ਕਹਿੰਦੇ ਜਦੋਂ ਉਹ ਗਏ ਨੇ, ਧਿਆਨ ਦੇਣਾ ਹੁਣ, ਇਹ ਰਾਗ ਵਿਦਿਆ ਕੋਈ ਇੰਨੀ ਸਰਲ ਨਹੀਂ ਹੈ ਜਿੰਨੀ ਆਸਾਨੀ ਦੇ ਨਾਲ ਰਾਗੀ ਸਿੰਘ ਕੀਰਤਨ ਕਰਦੇ ਨੇ ਜਾਂ ਅਸੀਂ ਸਰਵਣ ਕਰ ਲੈਂਦੇ ਹਾਂ। ਇੱਕ ਰਾਗੀ ਦਾ ਆਪਣਾ ਜੀਵਨ ਕੈਸਾ ਸੀ ਉਹ ਦੱਸ ਰਹੇ ਨੇ ਵੀ ਕਲਾਸੀਕਲ ਸਿੱਖਣ ਵਾਸਤੇ ਅੰਦਰ ਕਿੰਨੀ ਤਾਂਘ ਸੀ, ਤੇ ਵਿਦਿਆਦਾਤਾ ਲੱਭਣ ਵਾਸਤੇ ਉਹਨਾਂ ਨੇ ਸਾਰਾ ਹਿੰਦੁਸਤਾਨ ਛਾਨ ਮਾਰਿਆ। ਲੱਭਦਿਆਂ ਇੱਕ ਮੁਸਲਮਾਨ ਫਕੀਰ ਦਾ ਪਤਾ ਚੱਲਿਆ ਵੀ ਉਹ ਸਿਖਾ ਸਕਦੇ ਨੇ, ਉਹ ਵੀ ਜੇ ਤੁਹਾਡੇ ਉੱਤੇ ਖੁਸ਼ ਹੋ ਜਾਣ ਤਾਂ ਸ਼ਰਤ। ਕਹਿੰਦੇ ਮੈਂ ਲੱਭਦਾ ਪਹੁੰਚਿਆ। ਕਹਿੰਦੇ ਫਕੀਰ ਤਬੀਅਤ ਇਨਸਾਨ ਸਨ, ਉਹ ਕਿਤੇ ਕੋਠੇ ਤੇ ਰਹਿੰਦੇ ਸਨ। ਕਹਿੰਦੇ ਪਤਲੀ ਜੀਆਂ ਪੌੜੀਆਂ ਤੋਂ ਉੱਤੇ ਚੜ੍ਹ ਕੇ ਮੈਂ ਉੱਪਰ ਗਿਆ, ਦਰਵਾਜ਼ਾ ਬੰਦ ਬਾਹਰੋਂ। ਕਹਿੰਦੇ ਜਦੋਂ ਮੈਂ ਦਰਵਾਜ਼ੇ ਨੂੰ ਧੱਕਾ ਮਾਰਿਆ, ਦਰਵਾਜ਼ਾ ਖੁੱਲਿਆ, ਸਾਹਮਣੇ ਕਮਰੇ ਦੇ ਵਿੱਚ ਹਨੇਰਾ। ਦਿਨ ਚੜ੍ਹਿਆ ਸੀ ਮਗਰ ਕਮਰੇ 'ਚ ਹਨੇਰਾ। ਕਹਿੰਦੇ ਸਾਹਮਣੇ ਇੱਕ ਪਲੰਗ ਵਿਛਾ ਸੀ, ਪਲੰਗ ਦੇ ਉੱਤੇ ਇੱਕ ਬਜ਼ੁਰਗਵਾਰ ਇਨਸਾਨ ਬੈਠਾ ਸੀ, ਹੱਥ ਦੇ ਵਿੱਚ ਉਹਦੇ ਜਿਹਨੂੰ ਅਸੀਂ ਦਿਲਰੁਬਾ ਬੋਲਦੇ ਹਾਂ। ਕਹਿੰਦੇ ਉਹਨਾਂ ਨੇ ਆਪਣੇ ਮੋਢੇ 'ਤੇ ਰੱਖਿਆ ਹੋਇਆ ਇੱਕ ਉਂਗਲ ਉਹਦੇ ਉੱਤੇ, ਤੇ ਬਸ ਬੈਠੇ ਨੇ ਐਵੇਂ ਸਮਾਧੀ ਦੇ ਵਿੱਚ। ਕਹਿੰਦੇ ਮੈਂ ਜਾ ਕੇ ਸਜਦਾ ਕੀਤਾ। ਉਹਨਾਂ ਨੇ ਨੇਤਰ ਖੋਲ੍ਹੇ। ਨੇਤਰ ਖੋਲ੍ਹਣ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਗੁਰੂ ਨਾਨਕ ਦੇ ਦਰ ਤੋਂ ਕੋਈ ਸਿੱਖ ਆਇਆ। ਦੱਸੋ ਪੁਰਖਾ ਕੀ ਲੈਣ ਆਏ ਹੋ? ਕਹਿਣ ਲੱਗੇ ਜੀ ਮੈਂ ਤਿਲੰਗ ਰਾਗ ਸਿੱਖਣ ਵਾਸਤੇ ਤੁਹਾਨੂੰ ਲੱਭਦਾ ਆਇਆ। ਦੇਖੋ ਇੱਕ ਮੁਸਲਮਾਨ ਫਕੀਰ ਨੇ ਜੋ ਬਚਨ ਕਹੇ, ਮੇਰੇ ਸੁਣ ਕੇ ਤੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਸੀ ਜਦੋਂ ਉਹਨਾਂ ਨੇ ਆਪਣੀ ਜ਼ੁਬਾਨੀ ਇਹ ਬਚਨ ਮੈਨੂੰ ਸੁਣਾਏ। ਕਹਿਣ ਲੱਗੇ ਗੁਰੂ ਨਾਨਕ ਦੇ ਦਰ ਤੋਂ ਆਏ ਹੋ? ਕਹਿੰਦੇ ਵਾਹ ਕੀ ਬਾਤ ਹੈ। ਕਹਿੰਦੇ ਦੁਨੀਆ ਦੇ ਤਖਤੇ ਦੇ ਉੱਤੇ ਇੱਕੋ ਰਹਿਬਰੀ ਪੁਰਸ਼ ਹੋਏ ਨੇ ਜਿਨ੍ਹਾਂ ਨੇ ਪ੍ਰਭੂ ਦੀ ਬੰਦਗੀ ਰਾਗ ਦੇ ਵਿੱਚ ਕੀਤੀ, ਰਾਗ ਦੇ ਵਿੱਚ। ਤੇ ਕਹਿੰਦੇ ਕੋਈ ਐਸਾ ਮਨੁੱਖ ਹੋਏਗਾ ਜਾਣ ਬੁੱਝ ਕੇ ਆਪਣੀ ਜੇਬ 'ਚੋਂ ਕੀਮਤੀ ਰਤਨ ਕੱਢ ਕੇ ਕੀਚੜ ਵਿੱਚ ਸੁੱਟ ਦੇਵੇ? ਕੋਈ ਹੈ ਐਸਾ? ਕੋਈ ਹੈ ਦੁਨੀਆ ਦੇ ਤਖਤੇ ਐਸਾ ਜਿਹੜਾ ਆਪਣੀ ਜੇਬ 'ਚੋਂ ਕੋਈ ਬਹੁਮੁੱਲਿਆ ਚੀਜ਼ ਕੱਢੇ ਤੇ ਸੁੱਟ ਦੇਵੇ ਐਵੇਂ? ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਦੁਨੀਆ ਦੇ ਰਹਿਬਰੀ ਪੁਰਸ਼ ਹੋਏ ਨੇ ਜਿਨ੍ਹਾਂ ਨੇ ਬੇਸ਼ਕੀਮਤੀ ਰਾਗ ਦੇ ਵਿੱਚ ਇਹ ਬਾਣੀ ਉਚਾਰਨ ਕੀਤੀ ਹੈ, ਦਰਗਾਹੀ ਕਲਾਮ ਉਚਾਰਨ ਕੀਤਾ ਹੈ। ਔਰ ਇਸ ਦਰਗਾਹੀ ਕਲਾਮ ਨੂੰ ਸਿੱਖਣ ਵਾਸਤੇ ਤੁਹਾਡੇ ਵਰਗਾ ਕੋਈ ਬੰਦਾ ਹੈਗਾ? ਕਹਿਣ ਲੱਗੇ ਮੈਂ ਸੁਣਦਾ ਕਈ ਵਾਰੀ ਉਹ ਆਪਣੀ ਗੱਲ ਕਰਦੇ ਨੇ। ਇੱਕ ਆਪ ਜੀ ਦੇ ਉਹਨਾਂ ਦੇ ਥੋੜ੍ਹਾ ਜਿਹਾ ਜ਼ਿਕਰ ਦੱਸਾਂ। ਉਹ ਕਦੀ ਬਾਈ ਚਾਂਸ ਹੀ ਕਦੀ ਆਪਣੇ ਕੋਠੇ ਤੋਂ ਥੱਲੇ ਉਤਰਦੇ ਸੀ, ਬਹੁਤ ਘੱਟ। ਕਹਿੰਦੇ ਨੇ ਹਰ ਵਕਤ ਸਮਾਧੀ 'ਚ ਰਹਿੰਦੇ ਸਨ ਤੇ ਉਹਨਾਂ ਦੀ ਇੱਕ ਉਂਗਲ ਜਿਹੜੀ ਹੈ ਦਿਲਰੁਬਾ ਦੀ ਤਾਰ ਦੇ ਉੱਤੇ ਰਹਿੰਦੀ ਸੀ, ਤਾਰ ਦੇ ਉੱਪਰ। ਤੇ ਉਹਨਾਂ ਨੇ ਕਿਹਾ ਜੇ ਗੁਰੂ ਨਾਨਕ ਦੇ ਦਰ ਦੇ ਉੱਤੇ ਆਏ ਹੋ, ਸਰਵਪ੍ਰਥਮ ਤੁਸੀਂ ਸੌਗੰਧ ਚੱਕੋ ਕਿ ਮੈਂ ਮਹਾਰਾਜ ਦੇ ਦੱਸੇ ਹੋਏ ਰਾਗ ਦੇ ਮੁਤਾਬਿਕ ਹੀ ਕੀਰਤਨ ਕਰਾਂਗਾ, ਐਵੇਂ ਕੀਰਤਨ ਨਹੀਂ ਕਰਾਂ। ਕਹਿਣ ਲੱਗੇ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੌਗਾਤ ਬਖਸ਼ੀ ਏ, ਇਹਦੀ ਕਦਰ ਕਰਨਾ ਸਿੱਖੋ, ਐਵੇਂ ਨਾ ਉਡਾਈ ਜਾਓ ਮਜ਼ਾਕਾਂ ਵਿੱਚ। ਫਿਲਮੀ ਟਿਊਨਾਂ ਦੇ ਉੱਤੇ ਕਹਿੰਦੇ ਕੀਰਤਨ ਨਹੀਂ ਹੁੰਦੇ, ਗਾਣੇ ਤੇ ਹੋ ਸਕਦੇ ਨੇ, ਕੀਰਤਨ ਨਹੀਂ ਹੋ ਸਕਦਾ। ਮੈਂ ਨਹੀਂ ਕਹਿ ਰਿਹਾ, ਉਹ ਬਜ਼ੁਰਗਵਾਰ ਕਹਿ ਰਹੇ ਸਨ ਉਹਨਾਂ ਨੂੰ। ਭਾਈ ਸਾਹਿਬ ਭਾਈ ਕੰਵਰਪਾਲ ਸਿੰਘ ਜੀ
ਤੇ ਕਹਿੰਦੇ ਸਭ ਤੋਂ ਔਖਾ ਰਾਗ ਜੋ ਉਹਨਾਂ ਨੇ ਮੈਨੂੰ ਦੱਸਿਆ, ਮੈਨੂੰ ਇੰਨੀ ਰਾਗ ਦੀ ਸਮਝ ਨਹੀਂ ਹੈਗੀ, ਉਹਨਾਂ ਦੀ ਕਥਨੀ ਮੈਂ ਆਪ ਜੀ ਦੇ ਅੱਗੇ ਰੱਖ ਰਿਹਾ। ਉਹ ਕਲਾਸੀਕਲ ਦੇ ਮਹਾਨ ਕੀਰਤਨੀਏ ਨੇ ਤੇ ਉਹਨਾਂ ਨੇ ਦੱਸਿਆ, ਕਹਿੰਦੇ ਵੀ ਸਭ ਤੋਂ ਵਿਖਮ ਰਾਗ ਸੀ ਇਹ ਤਿਲੰਗ ਰਾਗ। ਮੈਂ ਸਿੱਖਿਆ ਉਹਨਾਂ ਦੇ ਕੋਲੋਂ ਔਰ ਉਹਨਾਂ ਦੀ ਸ਼ਾਗਰਦੀ ਦੇ ਵਿੱਚ ਸਿੱਖਿਆ, ਸਰਪ੍ਰਸਤੀ ਸਿੱਖਿਆ ਮੈਂ। ਅਤੇ ਅੱਜ ਕਹਿੰਦੇ ਮੈਨੂੰ ਮਾਣ ਹੈ ਕਿ ਮੈਂ ਸਿੱਖਿਆ ਹੈ ਤੇ ਇੱਕ ਮੁਸਲਮਾਨ ਫਕੀਰ ਦੇ ਕੋਲੋਂ ਇਹ ਤਿਲੰਗ ਰਾਗ, ਜਿਸ ਵਿੱਚ ਆਪ ਜੀ ਨੇ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦਾ ਬਚਨ ਸਰਵਣ ਕੀਤਾ ਹੈ, ਜਿਹਦੇ ਵਿੱਚ ਸਤਿਗੁਰੂ, ਜਿਹਦੇ ਵਿੱਚ ਸਾਹਿਬ ਦੇ ਮੂਲ ਸਿਧਾਂਤ ਜੋ ਸਾਡੇ ਸਾਹਮਣੇ ਰੱਖਿਆ ਹੈ, ਇਹ ਪਰਿਪੂਰਨ ਪਰਮਾਤਮਾ ਇੱਕ ਦੁਨੀਆ ਦੇ ਤਖਤੇ ਦੇ ਉੱਤੇ ਤੂੰ ਹੀ ਹੈ, ਤੂੰ ਹੀ ਹੈ ਔਰ ਤੂੰ ਹੀ ਹੋਣਹਾਰ ਹੈ। ਅਸੀਂ ਆਪਣੇ ਵੱਲ ਝਾਤ ਮਾਰੀਏ, ਮੈਂ ਕਹਿੰਦਾ ਬਸ ਜੋ ਕੁਛ ਹਾਂ ਮੈਂ ਹੀ ਹਾਂ। ਜਿਹੜਾ ਰੱਬ ਦੇ ਰਾਹ ਵੱਲ ਤੁਰਦਾ ਉਹ ਕਹਿੰਦਾ ਨਹੀਂ ਮੈਂ ਕੁਛ ਨਹੀਂ, ਤੂੰ ਜਾਣਤ ਮੈਂ ਕਿਛ ਨਹੀਂ। ਅਸੀਂ ਦੁਨੀਆ ਦੇ ਤਖਤੇ ਦੇ ਉੱਤੇ ਵਿਚਰਦੇ ਆਏ ਹਾਂ, ਕਹਿੰਦੇ ਹਾਂ ਜੋ ਕੁਛ ਹਾਂ ਅਸੀਂ ਹਾਂ, ਜੋ ਹਾਂ ਅਸੀਂ ਹਾਂ। ਦੇਖੋ ਫਰਕ, ਇੱਕ ਰੱਬ ਦੇ ਰਾਹ ਵੱਲ ਤੁਰਨ ਵਾਲਾ ਬੰਦਾ ਤੇ ਇੱਕ ਸੰਸਾਰ ਵੱਲ ਤੁਰਨ ਵਾਲੇ ਬੰਦੇ ਦੀ ਮਾਨਸਿਕ ਅਵਸਥਾ ਦੇ ਵਿੱਚ ਕਿੰਨਾ ਫਰਕ ਹੁੰਦਾ ਹੈ। ਸੰਸਾਰੀ ਕਹਿੰਦਾ ਜੋ ਕੁਛ ਹਾਂ ਮੈਂ ਹਾਂ, ਜੋ ਕੁਛ ਹਾਂ ਮੈਂ ਹਾਂ। ਤੇ ਜਿਹੜਾ ਰੱਬ ਦੇ ਰਾਹ ਵੱਲ ਤੁਰਦਾ ਉਹ ਕਹਿੰਦਾ ਨਹੀਂ ਪ੍ਰਭੂ ਮੈਂ ਕੁਛ ਵੀ ਨਹੀਂ ਹੈਗਾ, ਕੁਛ ਵੀ ਨਹੀਂ ਹੈਗਾ, ਜੋ ਕੁਛ ਹੈ ਤੂੰ ਹੀ ਹੈ, ਤੂੰ ਹੀ ਹੈ, ਮੈਂ ਕੁਛ ਨਹੀਂ। ਧਿਆਨ ਨਾਲ ਦੇ, ਕਈ ਵੇਰਾਂ ਗੁਰੂ ਘਰ ਵੱਲ ਤੁਰਨ ਵਾਲੇ ਮਨੁੱਖ ਵੀ ਇਸ ਗੱਲ ਦੇ ਉੱਤੇ ਦਾਅਵਾ ਕਰਦੇ ਨੇ ਵੀ ਇਹ ਦਾਨ ਅਸੀਂ ਕੀਤਾ, ਇਹ ਸਾਡੇ ਵੱਲੋਂ ਦਿੱਤਾ ਗਿਆ, ਇਹ ਲੰਗਰ ਸਾਡੇ ਵੱਲੋਂ ਲਾਇਆ ਗਿਆ। ਔਰ ਕਈ ਵੇਰਾਂ, ਇੱਕ ਵੇਰੇ ਦੀ ਘਟਨਾ ਮੈਂ ਆਪ ਜੀ ਦੇ ਅੱਗੇ ਰੱਖਾਂ। ਬੰਬਈ ਦੇ ਵਿੱਚ ਠੀਕ ਇਸੇ ਤਰੀਕੇ ਸੰਗਤ ਬੈਠੀ ਸੀ, ਕਥਾ ਕੀਰਤਨ ਹੋਇਆ, ਸਮਾਪਤੀ ਹੋਈ। ਸਮਾਪਤੀ ਤੋਂ ਬਾਅਦ ਭਾਈ ਸਾਹਿਬ ਨੇ ਅਰਦਾਸ ਕੀਤੀ, ਹੁਕਮਨਾਮਾ ਲਿੱਤਾ ਤੇ ਹੁਕਮਨਾਮੇ ਤੋਂ ਤੁਰੰਤ ਬਾਅਦ ਸੰਗਤ ਦੇ ਵਿੱਚ ਲੜਾਈ ਸ਼ੁਰੂ ਹੋ ਗਈ। ਇੱਕ ਬੰਦਾ ਉੱਚਾ ਉੱਚਾ ਬੋਲਣਾ ਸ਼ੁਰੂ ਹੋ ਗਿਆ। ਗੱਲ ਕਰਨ ਤੇ ਪਤਾ ਚੱਲੇ ਵੀ ਕਿਉਂ ਬੋਲਦਾ ਪਿਆ ਤੇ ਕਾਰਨ ਪਤਾ ਕੀ ਸੀ। ਰੱਬ ਕਰੇ ਤੁਹਾਡੇ 'ਚੋਂ ਐਸਾ ਕੋਈ ਨਾ ਹੋਵੇ। ਉਹ ਕੀ ਕਹਿੰਦਾ ਹੈ, ਕਹਿੰਦਾ ਅੱਜ ਦਾ ਲੰਗਰ ਮੇਰੇ ਵੱਲੋਂ ਸੀ, ਭਾਈ ਸਾਹਿਬ ਨੇ ਅਰਦਾਸ ਕੀਤੀ, ਮੇਰਾ ਨਾਂ ਹੀ ਨਹੀਂ ਲਿੱਤਾ, ਮੇਰਾ ਨਾਂ ਹੀ ਨਹੀਂ ਲਿੱਤਾ, ਦੱਸਿਆ ਹੀ ਕੋਈ ਨਹੀਂ। ਉੱਥੇ ਤੇ ਸਾਹਿਬ ਕਹਿ ਰਹੇ ਨੇ, ਕਹਿੰਦੇ ਨੇ ਵੀ ਜਿਹੜਾ ਪ੍ਰਭੂ ਦੇ ਦਰ ਦੇ ਉੱਤੇ ਤੁਰ ਜਾਂਦਾ ਉਹ ਕਹਿੰਦਾ ਮੈਂ ਕੁਝ ਦੇ ਹੀ ਨਹੀਂ ਸਕਦਾ ਪ੍ਰਭੂ, ਤੇਰਾ ਦੀਆ ਤੁਝੇ ਕਿਆ ਅਰਪਣ, ਦਿੱਤਾ ਤੇਰਾ ਸੀ, ਤੈਨੂੰ ਕੀ ਅਰਪਣ ਕਰਾਂ ਮੈਂ। ਤੇ ਸੰਸਾਰੀ ਬੰਦਾ ਕਹਿੰਦਾ ਮੈਂ ਦਿੱਤਾ, ਮੈਂ ਦਿੱਤਾ। ਇਹ ਸਾਡੀ ਹਾਲਾਤ ਹੈ। ਕਿਉਂ ਹੈ, ਇਹਦਾ ਕਾਰਨ ਕੀ ਹੈ। ਅਸੀਂ ਗੁਰਦੁਆਰੇ ਵੀ ਆਉਂਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਕੀਰਤਨ ਵੀ ਸੁਣਦੇ ਹਾਂ, ਕਰਦੇ ਹਾਂ, ਕਥਾ ਕਰਦੇ ਹਾਂ, ਸੁਣਦੇ ਹਾਂ, ਮਗਰ ਇਹ ਹਉਮੈ ਅੰਦਰੋਂ ਨਹੀਂ ਜਾਂਦੀ। ਮਹਾਰਾਜ ਦੀ ਬਾਣੀ ਦਾ ਤਾਂ ਸਭ ਤੋਂ ਵੱਡਾ ਸਿਰਲੇਖ ਹੀ ਇੱਥੋਂ ਸ਼ੁਰੂ ਹੁੰਦਾ ਹੈ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੁਆ। ਸਾਰੇ ਕਾਰਨ ਮਹਾਰਾਜ ਨੇ ਸਿਰੇ ਤੇ ਦੱਸੇ ਨੇ। ਹਉ, ਹਉ ਮੈਂ, ਹਉ ਮੈਂ ਹੀ ਮੈਂ, ਮੈਂ ਹੀ ਮੈਂ। ਚਲੋ ਦੂਰ ਕਿਉਂ ਜਾਓ, ਮੈਂ ਤੁਹਾਡੇ ਅੱਗੇ ਇੱਕ ਨਿੱਕਾ ਜਿਹਾ ਉਦਾਹਰਣ ਰੱਖਾਂ। ਜਿਨ੍ਹਾਂ ਨੇ ਕਦੀ ਬੈਲ ਵੇਖਿਆ, ਬੈਲ ਬਲਦ ਜਿਹਨੂੰ ਬੋਲਦੇ ਨੇ, ਬਲਦ ਦੀ ਬੋਲੀ ਕੀ ਹੈ, ਕਦੀ ਧਿਆਨ ਨਾਲ ਸੁਣਨਾ। ਉਹ ਜਦੋਂ ਬੋਲੇਗਾ ਹਮ, ਜਦੋਂ ਬੋਲੇਗਾ ਇੱਕ ਦਿਨ ਉਹ ਮਰ ਗਿਆ। ਉਹਦੇ ਚੰਮ ਦਾ ਸ਼ਾਇਦ ਆਪ ਨੂੰ ਪਤਾ ਹੋਵੇ, ਜਿਹੜੇ ਢੋਲ ਬੰਦੇ ਨੇ ਉਹਦੀ ਚੰਮ ਦੇ ਬਣਦੇ ਨੇ। ਤੇ ਜਦੋਂ ਢੋਲ ਦੇ ਉੱਤੇ ਹੱਥ ਮਾਰੋ ਤੇ ਉਹਦੇ ਵਿੱਚੋਂ ਕੀ ਆਵਾਜ਼ ਆਉਂਦੀ ਹੈ, ਉਹਦੇ ਵਿੱਚੋਂ ਵੀ ਹਮ ਦੀ ਆਵਾਜ਼ ਆਉਂਦੀ ਹੈ। ਕਦੀ ਧਿਆਨ ਨਾਲ ਸੁਣਨਾ। ਜਦੋਂ ਢੋਲ ਦੇ ਉੱਤੇ ਹੱਥ ਮਾਰੋ ਹਮ ਦੀ ਆਵਾਜ਼, ਹਜੇ ਵੀ ਹਉ ਨਹੀਂ ਗਈ। ਮਰ ਗਿਆ, ਚੰਮ ਦਾ ਢੋਲ ਬਣ ਗਿਆ, ਫਿਰ ਵੀ ਹਉ ਨਹੀਂ ਗਈ। ਇਹ ਹਉ ਕਿਸ ਤਰ੍ਹਾਂ ਜਾਏਗੀ ਬੰਦੇ ਦੀ। ਫਿਰ ਉਸੇ ਦੀ ਆਂਦਰਾਂ ਦੀ ਤਾਰ ਬਣਦੀ ਹੈਗੀ ਇੱਕ। ਉਹ ਤਾਰ ਫਿਰ ਤੰਤੀ ਸਾਜ਼ਾਂ ਦੇ ਉੱਤੇ ਲੱਗਦੀ ਹੈ। ਉਹੀ ਤਾਰ ਰੂਈ ਧੁੰਨਣ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਦੇ ਉਹਦੇ ਉੱਤੇ ਵੀ ਲੱਗਦੀ ਹੈ, ਜਿਹਦੇ ਨਾਲ ਉਹ ਰੂਈ ਧੁਣਕਦੇ ਨੇ। ਤੰਤੀ ਸਾਜ਼ਾਂ ਦੇ ਉੱਤੇ ਲੱਗਦੀ ਹੈ। ਤੰਤੀ ਸਾਜ਼ ਦੇ ਉੱਤੇ ਜਦੋਂ ਕੋਈ ਉਂਗਲ ਰੱਖਦਾ ਹੈ ਫਿਰ ਆਵਾਜ਼ ਆਉਂਦੀ ਤੂੰ। ਹੁਣ ਹਉ ਦੀ ਆਵਾਜ਼ ਨਹੀਂ, ਹੁਣ ਆਵਾਜ਼ ਹੈ ਤੂੰ ਦੀ। ਬਈ ਨਹੀਂ ਪ੍ਰਭੂ ਤੂੰ ਹੀ ਹੈ, ਤੂੰ ਹੀ। ਹੁਣ ਹਉ ਨਹੀਂ ਹੈ। ਮਗਰ ਦੁਹਾਈ ਨਿਰੰਕਾਰ ਦੀ ਅਸੀਂ ਸਾਰੇ ਕਰਮ ਕਰਦੇ ਹੈਗੇ ਹਾਂ, ਇਹ ਹਉ ਨਹੀਂ ਅੰਦਰੋਂ ਜਾਂਦੀ। ਦਾਨ ਵੀ ਕੀਤਾ, ਪੁੰਨ ਵੀ ਕੀਤਾ, ਬਾਣੀ ਵੀ ਪੜ੍ਹੀ, ਦੁਹਾਈ ਨਿਰੰਕਾਰ ਦੀ
ਅਛੂਤਾ ਨਹੀਂ ਹੈਗਾ ਧਾਰਮਿਕ ਜਗਤ ਵੀ ਇਸ ਤੋਂ। ਮੈਂ ਕਥਾ ਕਰ ਰਿਹਾ, ਐਸੀ ਗੱਲ ਦਾ ਮਾਣ ਕਰਾਂ ਮੈਂ ਬਹੁਤ ਵੱਡਾ ਕਥਾਵਾਚਕ, ਮੈਂ ਬਹੁਤ ਵੱਡਾ ਗਿਆਨੀ। ਕਿਸੇ ਨੂੰ ਬਾਣੀ ਕੰਠ ਹੋ ਗਈ, ਮੈਨੂੰ ਬਹੁਤ ਬਾਣੀ ਕੰਠ ਹੈ, ਐਸੀ ਗੱਲ ਦਾ ਮਾਣ। ਕੋਈ ਬਹੁਤ ਸੁੰਦਰ ਕੀਰਤਨ ਕਰਦਾ, ਐਸੀ ਗੱਲ ਦਾ ਮਾਣ। ਕੋਈ ਬਹੁਤ ਸੁੰਦਰ ਤਬਲਾ ਵਜਾਉਂਦਾ, ਐਸੀ ਗੱਲ ਦਾ ਮਾਣ। ਦੂਰ ਕਿਉਂ ਜਾਓ, ਕੋਈ ਹੁਕਮਨਾਮਾ ਸੁਣਾ ਲੈਂਦਾ ਤਾਂ ਉਹਨੂੰ ਐਸੀ ਗੱਲ ਦਾ ਮਾਣ ਹੈਗਾ ਮੈਂ ਬਹੁਤ ਸੁੰਦਰ ਹੁਕਮਨਾਮਾ ਲੈਂਦਾ, ਗੁਸਤਾਖੀ ਬਾਤ। ਮਗਰ ਇਹ ਸੱਚਾਈ ਹੈ, ਇਹ ਸੱਚਾਈ ਹੈ। ਮਹਾਰਾਜ ਉਚਾਰਨ ਕਰਦੇ ਨੇ, ਜਿਹੜਾ ਰੱਬ ਦੇ ਰਾਹ ਵੱਲ ਤੁਰ ਪੈਂਦਾ, ਧਿਆਨ ਦੇਣਾ ਇੱਕ ਵਚਨ ਆਪ ਜੀ ਦੇ ਅੱਗੇ ਗਾ। ਜਦੋਂ ਅਸੀਂ ਮਹਾਰਾਜ ਦੇ ਦਰ ਵੱਲ ਤੁਰਦੇ ਹੈਗੇ ਹਾਂ, ਸਰਵਪ੍ਰਥਮ ਤੇ ਮੈਂ ਹੀ ਹੁੰਦੀ ਹੈ, ਮੈਂ ਹੀ ਤੁਰਦਾ ਹੈਗਾ, ਮੈਂ ਲੈ ਕੇ ਹੀ ਤੁਰਦਾ। ਮਗਰ ਸਹਿਜੇ 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 ਇਹ ਮੈਂ ਤੂੰ ਵਿੱਚ ਬਦਲ ਜਾਂਦੀ। ਬਦਲਦੀ ਉਦੋਂ ਹੈ ਜਦੋਂ ਮੈਂ ਖਤਮ ਹੁੰਦੀ ਹੈ। ਮਹਾਰਾਜ ਨੇ ਆਪਣੀ ਬਾਣੀ 3-4 ਥਾਂ ਤੇ ਇਸ਼ਾਰੇ ਦਿੱਤੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾ ਹੈ। ਹੁਣ ਤੂੰ ਹੀ ਤੂੰ ਹੈ, ਮੈਂ ਨਹੀਂ ਹੈਗਾ। ਹੁੰਦਾ ਕਦੋਂ ਹੈ? ਦੇਖੋ ਕਿਰਿਆ ਉਹੀ ਹੈਗੀ ਹੈ। ਇੱਥੇ ਜਦੋਂ ਤੁਸੀਂ ਆਓਗੇ, ਨਾਨਕ ਕੇ ਘਰ ਕੇਵਲ ਨਾਮ, ਗੱਜ ਕੇ ਬੋਲੋ, ਨਾਨਕ ਕੇ ਘਰ ਕੇਵਲ ਨਾਮ। ਇੱਥੇ ਨਾਮ ਦੀ ਗੱਲ ਹੈ। ਜਦੋਂ ਤੁਸੀਂ ਆਓਗੇ, ਜਦੋਂ ਹੁਕਮਨਾਮਾ ਲੋਗੇ, ਸਵੇਰੇ ਆਓ, ਸ਼ਾਮ ਆਓ, ਰਾਤ ਆਓ, ਪ੍ਰਭਾਤ ਆਓ, ਜਿਸ ਵੇਲੇ ਮਰਜ਼ੀ ਆ ਜਾਏ, ਛੋਟਾ ਆਏ, ਵੱਡਾ ਆਏ, ਬਜ਼ੁਰਗ ਆਏ, ਸਿਆਣਾ ਆਏ, ਸਭ ਨੂੰ ਮਹਾਰਾਜ ਦਾ ਇੱਕੋ ਹੀ ਹੁਕਮ ਹੈ, ਨਾਮ ਜਪੋ। ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਜਪੋ, ਕਿਸੇ ਤਰੀਕੇ ਨਾਮ ਜਪੋ, ਤੁਸੀਂ ਨਾਮ ਜਪੋ। ਤੁਹਾਡੇ ਲਈ ਇਹ ਤੁਹਾਡੇ ਗੁਰੂ ਦਾ ਹੁਕਮ ਹੈ। ਮੈਂ ਨਾਮ ਵੀ ਜਪ ਰਿਹਾ ਹਾਂ ਮਹਾਰਾਜ, ਫਿਰ ਖੇਡ ਕਿਉਂ ਨਹੀਂ ਬਣਦੀ? ਖੇਡ ਕਿਉਂ ਨਹੀਂ ਬਣਦੀ? ਮੈਂ ਨਾਮ ਤੇ ਜਪ ਰਿਹਾ ਪਰ ਖੇਡ ਨਹੀਂ ਬਣ ਰਹੀ। ਇਹਦਾ ਕਾਰਨ ਕੀ ਹੈ? ਦੇਖੋ ਅਸੀਂ ਬੇਅੰਤ ਬਾਣੀ ਕੰਠ ਤੇ ਕਰ ਲਈ, ਜ਼ੁਬਾਨੀ ਯਾਦ ਤੇ ਕਰ ਲਈ। ਮਹਾਰਾਜ ਦੀ ਬਾਣੀ ਦਾ ਬਚਨ ਹੈ। ਗੁਰੂ ਅਰਜਨ ਦੇਵ ਮਹਾਰਾਜ ਰੋਜ਼ ਬਾਣੀ ਦੇ ਵਿੱਚ ਮੈਨੂੰ ਸਮਝਾਉਂਦੇ ਨੇ ਕਿ ਪੁਰਖਾ ਇਸ ਬਾਣੀ ਦਾ ਅਗਰ ਇੱਕ ਕਿਣਕਾ ਵੀ ਅੰਦਰ ਵਸ ਗਿਆ, ਕਿਣਕਾ ਏਕ ਜਿਸ ਜੀ ਬਸਾਵੇ ਤਾਂ ਕੀ ਮਹਿਮਾ, ਗੱਜ ਕੇ ਬੋਲੋ, ਤਾਂ ਕੀ ਮਹਿਮਾ, ਉਹਦੀ ਮਹਿਮਾ ਨਹੀਂ ਬਿਆਨ ਕੀਤੀ ਜਾ ਸਕਦੀ। ਫਿਰ ਇਹਦੇ ਵੱਲ ਇਸ਼ਾਰਾ ਧਿਆਨ ਦੇਣਾ, ਕਦੀ ਵਿਚਾਰ ਕੀਤੀ ਹੈ। ਫਿਰ ਇਹਦਾ ਮਤਲਬ ਸਾਡੇ ਕੋਲ ਇੱਕ ਕਿਣਕੇ ਦੀ ਵੀ ਪਾਤਰਤਾ ਨਹੀਂ ਹੈ, ਇੱਕ ਕਿਣਕੇ ਦੀ ਵੀ ਪਾਤਰਤਾ ਨਹੀਂ ਹੈ। ਅਸੀਂ ਸਭ ਕੁਝ ਪਾਤਰਤਾ, ਹਰ ਚੀਜ਼ ਦੀ ਪਾਤਰਤਾ ਜੁਟਾ ਲਈ। ਸਾਡੇ ਕੋਲ ਇਹ ਪ੍ਰਭੂ ਆਪ ਦੀ ਅੰਮ੍ਰਿਤਮਈ ਬਾਣੀ ਨੂੰ ਕਲੇਜੇ ਟਿਕਾਉਣ ਵਾਸਤੇ ਇਹ ਇੱਕ ਕਿਣਕੇ ਦੀ ਵੀ ਪਾਤਰਤਾ ਨਹੀਂ ਹੈ। ਇਹ ਗੁਰੂ ਅਰਜਨ ਦੇਵ ਮਹਾਰਾਜ ਬਾਣੀ ਦੇ ਬੋਹੀ ਸਤਿਗੁਰੂ ਜੀ, ਆਪ ਜੀ ਕਿਰਪਾ ਕਰੋ, ਦੀਨਾਂ ਦੇ ਉੱਤੇ, ਗਰੀਬਾਂ ਦੇ ਉੱਤੇ ਤਰਸ ਖਾਓ। ਆਪ ਜੀ ਦੀ ਇਹ ਅੰਮ੍ਰਿਤ ਬਾਣੀ ਕਿਤੇ ਸਾਡੇ ਕਲੇਜੇ ਦੇ ਵਿੱਚ ਟਿਕ ਜਾਵੇ। ਮੇਰੇ ਕੋਲ ਸਮਾਂ ਨਹੀਂ ਹੈ, ਥੋੜ੍ਹਾ ਹੀ ਸਮਾਂ ਹੈਗਾ, ਮੈਂ ਜ਼ਿਆਦਾ ਖੁਲਾਸਾ ਨਹੀਂ ਕਰ ਸਕਦਾ ਹੈਗਾ, ਜਿੰਨੀ ਮੇਰੀ ਮੱਤ ਹੈਗੀ ਹੈ। ਔਰ ਮੈਂ ਮਾਫੀ ਚਾਹਾਂਗਾ ਆਪ ਸੰਗਤ ਕੋਲੋਂ, ਮੈਂ ਪਹਿਲੀ ਵਾਰੀ ਆਪ ਜੀ ਦੇ ਇਸ ਸਥਾਨ ਦੇ ਉੱਤੇ ਹਾਜ਼ਰੀ ਭਰ ਰਿਹਾ। ਮੈਂ ਕਦੀ ਪਹਿਲੇ ਹਾਜ਼ਰੀ ਵੀ ਨਹੀਂ ਭਰੀ ਹੈਗੀ। ਆਪ ਲਈ ਮੈਂ ਬਿਲਕੁਲ ਅਣਜਾਣ ਹੈਗਾ ਅਤੇ ਮੈਨੂੰ ਬਖਸ਼ ਲੈਣਾ ਅਗਰ ਮੇਰੀ ਗੱਲ ਆਪ ਜੀ ਪੂਰੀ ਨਾ ਮੈਂ ਕਰ ਪਾਵਾਂ, ਕਿਉਂਕਿ ਸਮਾਂ ਮੇਰੇ ਕੋਲ ਥੋੜ੍ਹਾ ਜਿਹਾ ਹੈਗਾ। ਔਰ ਜਿਸ ਤਰ੍ਹਾਂ ਸਾਹਿਬ ਨੇ ਬਖਸ਼ਿਸ਼ ਕੀਤੀ ਹੈਗੀ ਹੈ ਬਈ, ਅੱਜ ਦਾ ਜਿਹੜਾ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਆ ਹੈਗਾ, ਇਹ ਵੀ 4 ਪਦਿਆਂ ਦੇ ਵਿੱਚ ਹੈਗਾ। ਤਿਲੰਗ ਰਾਗ ਦੇ ਵਿੱਚ ਸਾਹਿਬ ਜੀ ਦਾ ਅੰਮ੍ਰਿਤਮਈ ਇਹ ਹੁਕਮਨਾਮਾ ਸਤਨਾਮ ਸ਼੍ਰੀ ਵਾਹਿਗੁਰੂ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾਂ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਐ ਮੇਰੇ ਮਾਲਕ, ਤੇਰੇ ਤੋਂ ਬਿਨਾ ਮੈਨੂੰ ਕੋਈ ਨਜ਼ਰ ਨਹੀਂ ਆਉਂਦਾ। ਇਸ ਰੂਹੇ ਜ਼ਮੀਨ ਦੇ ਉੱਤੇ ਜੋ ਹੋ ਰਿਹਾ ਤੇਰੇ ਹੁਕਮ ਦੇ ਵਿੱਚ ਹੋ ਰਿਹਾ, ਔਰ ਜੋ ਆਪ ਕਰਦੇ ਹੋ ਹੁੰਦਾ ਉਹੀ ਹੈ। ਮਨੁੱਖ ਦੇ ਕੀਤੇ ਕੁਛ ਨਹੀਂ ਹੁੰਦਾ। ਤੇਰਾ ਜ਼ੋਰ, ਤੇਰੀ ਮਨ ਟੇਕ। ਐ ਮੇਰੇ ਵਾਹਿਗੁਰੂ, ਤੁਹਾਡੀ ਹੀ ਤਾਣ ਹੈ ਇਸ ਰੂਹੇ ਜ਼ਮੀਨ ਦੇ ਉੱਤੇ। ਜੇ ਮੈਨੂੰ ਬਖਸ਼ਿਆ ਹੈ ਤੇ ਇਹ ਵੀ ਤਾਣ ਆਪ ਜੀ ਦਾ ਹੀ ਬਖਸ਼ਿਆ ਹੈ। ਮੈਨੂੰ ਆਸਰਾ ਵੀ ਆਪ ਜੀ ਦਾ ਹੀ ਹੈਗਾ। ਸਦਾ ਸਦਾ ਜਪ ਨਾਨਕ ਏਕ। ਇਸ ਕਰਕੇ ਹੈ ਮੇਰੇ ਵਾਹਿਗੁਰੂ, ਮੇਰੇ ਲਈ ਤੇ ਇਹੀ ਹੁਕਮ ਹੈ। ਮਹਾਰਾਜ ਉਚਾਰਨ ਕਰਦੇ ਨੇ, ਐਸੇ ਦੀਨ ਦਿਆਲ ਦੀ ਜੇ ਖੁਸ਼ੀ ਲੈਣੀ ਹੈ, ਸਦਾ ਸਦਾ, ਸਦਾ ਸਦਾ ਦਾ ਭਾਵ ਹੈਗਾ ਹਰ ਵੇਲੇ। ਜਪ ਨਾਨਕ ਇੱਕ, ਇੱਕ ਦਾ ਜਾਪ ਕਰ।
ਸਭ ਉੱਪਰ ਪਾਰ ਬ੍ਰਹਮ ਦਾਤਾਰ, ਸਾਰਿਆਂ ਦੇ ਉੱਤੇ ਪਰਿਪੂਰਨ ਪਰਮਾਤਮਾ ਹੈ। ਧਿਆਨ ਦੇਣਾ ਇਸ ਬਚਨ ਦੇ ਵੱਲ। ਜੇ ਮੈਂ ਜਰਾ ਜਿਹਾ ਟਾਈਮ ਲਾਂ ਆਪ ਜੀ ਦਾ, ਇੱਕ ਸਿੱਧਾ ਜਿਹਾ ਐਗਜ਼ਾਮਪਲ ਹੈਗਾ ਬਈ ਰੂਹੇ ਜ਼ਮੀਨ ਦੇ ਉੱਤੇ ਸਭ ਤੋਂ ਸਰਵੋਤਮ, ਸਭ ਤੋਂ ਸ਼ਿਰੋਮਣੀ ਅਗਰ ਕੋਈ ਹਸਤੀ ਹੈ ਤੇ ਪਰਿਪੂਰਨ ਪਰਮਾਤਮਾ ਆਪ ਦੀ ਹੈ। ਮਗਰ ਇੱਕ ਵੱਲ ਧਿਆਨ ਦੇਣਾ, ਇੱਕ ਐਸੀ ਹਸਤੀ ਹੋ ਹੈ ਜੋ ਪਰਿਪੂਰਨ ਪਰਮਾਤਮਾ ਦੀ ਹੀ ਬਣਾਈ ਹੋਈ ਹੈ, ਉਸ ਨੂੰ ਕਿਹਾ ਜਾਂਦਾ ਹੈ ਮਾਇਆ। ਮਾਇਆ ਅਗਰ ਪਰਿਪੂਰਨ ਪਰਮਾਤਮਾ ਸਭ ਥਾਂ ਤੇ ਵਿਆਪਕ ਹੈ, ਹਰ ਜਰਰੇ 'ਚ ਵਿਆਪਕ ਹੈ, ਤੇ ਫਿਰ ਉਹਦੀ ਮਾਇਆ ਬਣਾਈ ਹੋਈ ਵੀ ਹਰ ਥਾਂ ਦੇ ਉੱਤੇ ਵਿਆਪਕ ਹੈ। ਕੋਈ ਐਸਾ ਜਰਰਾ ਨਹੀਂ ਹੈਗਾ ਜਿੱਥੇ ਮਾਇਆ ਤੋਂ ਜਗ੍ਹਾ ਖਾਲੀ ਹੋਵੇ। ਤੇ ਮਾਇਆ ਕੋਈ ਪੈਸੇ ਦਾ ਇਨਾਮ ਨਹੀਂ ਹੈਗਾ। ਮਹਾਰਾਜ ਆਪਣੀ ਬਾਣੀ 'ਚ ਉਚਾਰਨ ਕਰਦੇ ਨੇ, ਮਾਇਆ ਕੀ ਹੈ? ਮਾਇਆ ਨਾਮ ਗਰਭ ਜੋਨ ਕਾ, ਜਿਹੜਾ ਜੀ ਗਰਭ ਜੂਨੀ 'ਚ ਪਿਆ ਮਾਇਆ 'ਚ ਪਿਆ। ਔਰ ਜੋ ਕੁਝ ਨੇਤਰ ਦੇਖ ਰਹੇ ਨੇ, ਜਿੱਥੇ ਤੱਕ ਦੇਖ ਰਹੇ ਨੇ, ਸਭ ਕੁਝ ਮਾਇਆ ਦੇ ਥੱਲੇ ਹੈ। ਸਭ ਕੁਝ ਮਾਇਆ ਦੇ ਥੱਲੇ। ਮਾਇਆ ਦੇ 3 ਗੁਣ ਦੱਸੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਦੇ ਵਿੱਚ। ਇਨ ਮਾਇਆ 3 ਗੁਣ ਬਸ ਕੀਨ ਨੇ। 3 ਗੁਣ ਮਾਇਆ ਦੇ ਕਿਹੜੇ ਕਿਹੜੇ? ਰਜੋ, ਤਮੋ ਤੇ ਸਤੋ। ਇਹ 3 ਗੁਣ। ਅਸੀਂ ਗੁਰੂ ਘਰ ਆਏ ਹਾਂ, ਇਸ ਟਾਈਮ ਅਸੀਂ ਬਾਣੀ ਸੁਣੀ ਹੈਗੀ ਹੈ, ਮੈਂ ਕਥਾ ਕਰ ਰਿਹਾ ਹੈਗਾ, ਆਪ ਜੀ ਸਰਵਣ ਕਰ ਰਹੇ ਹੋ। ਇਹ ਵੀ ਮਾਇਆ ਦਾ ਹੀ ਇੱਕ ਗੁਣ ਹੈ ਜਿਹਨੂੰ ਬੋਲਿਆ ਜਾਂਦਾ ਸਤੋ ਗੁਣ। ਸਤੋ ਗੁਣ ਮਾਇਆ ਦਾ ਤੀਸਰਾ ਗੁਣ। ਤੇ ਮਾਇਆ ਦਾ ਤੀਸਰੇ ਗੁਣ ਦੇ ਵਿੱਚ ਅਸੀਂ ਸਾਤਵਿਕ ਗੁਣਾਂ ਦੀ ਵਿਚਾਰ ਕਰ ਰਹੇ ਹਾਂ, ਸਤ ਦੀ ਵਿਚਾਰ ਕਰ ਰਹੇ ਹਾਂ, ਬਲਕਿ ਅਸੀਂ ਸਤ ਨਹੀਂ ਹੋਏ, ਕੇਵਲ ਵਿਚਾਰ ਕਰ ਰਹੇ ਹਾਂ, ਸਤ ਨਹੀਂ ਹੋਏ। ਡਾਕਟਰ ਸਾਹਿਬ ਮੁਹੰਮਦ ਇਕਬਾਲ, ਉਹਨਾਂ ਦਾ ਇੱਕ ਖਾਸ ਤੌਰ 'ਤੇ ਮਸਕੀਨ ਸਾਹਿਬ ਇੱਕ ਬਚਨ ਪੜ੍ਹ ਕੇ ਸੁਣਾਉਂਦੇ ਸਨ। ਉਹ ਕਹਿੰਦੇ, ਤੁਝੇ ਕਿਤਾਬ ਸੇ ਫਰੋਗ ਨਹੀਂ ਕਿ ਤੂੰ ਕਿਤਾਬੇ ਗਾ ਹੈ, ਸਾਹਿਬੇ ਕਿਤਾਬ ਨਹੀਂ। ਤੂੰ ਕਿਤਾਬ ਨੂੰ ਪੜ੍ਹਨ ਵਾਲਾ ਹੈ, ਤੂੰ ਪੋਥੀ ਨੂੰ ਪੜ੍ਹਨ ਵਾਲਾ ਹੈ, ਤੂੰ ਬਾਣੀ ਨੂੰ ਪੜ੍ਹਨ ਵਾਲਾ ਹੈ। ਬਾਣੀ ਦੇ ਵਿੱਚ ਜੋ ਲਿਖਿਆ ਤੂੰ ਉਹ ਹੋ ਨਹੀਂ ਗਿਆ, ਹੋ ਨਹੀਂ ਗਿਆ। ਸਾਹਿਬ ਨੇ ਬਾਣੀ ਦੇ ਵਿੱਚ ਉਚਾਰਨ ਕੀਤਾ, ਪਰਤਰੀਏ ਰੂਪ ਨਾ ਪੇਖੇ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਮੈਂ ਇਹ ਪੜ੍ਹਨ ਵਾਲਾ, ਮੈਂ ਇਹ ਪੜ੍ਹਨ ਵਾਲਾ, ਮੈਂ ਤੇ ਹਜੇ ਨਿੰਦਿਆ ਕਰਦਾ ਵੀ ਹਾਂ, ਨਿੰਦਾ ਸੁਣਦਾ ਵੀ ਹਾਂ। ਕਰਨ ਨਾ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਮੈਂ ਤੇ ਹਜੇ ਆਪਣੇ ਆਪ ਨੂੰ ਮੰਦਾ ਜਾਣਦਾ ਹੀ ਨਹੀਂ। ਮੈਂ ਤੇ ਜਾਣਦਾ ਮੈਂ ਇਹ ਹਾਂ, ਮੈਂ ਉਹ ਹਾਂ, ਗਿਆਨੀ ਧਿਆਨੀ ਹਾਂ ਮੈਂ। ਇਹ ਬੁੱਧ ਕਵੇ ਨਾ ਨਾਸੀ, ਪੰਡਤ ਸੂਰ ਇਹ ਬੁੱਧ ਕਵੇ ਨਾ ਨਾਸੀ। ਇਹ ਬੁੱਧੀ ਦਾ ਨਾਸ਼ ਨਹੀਂ ਆ, ਮੈਂ ਕੁਝ ਹਸਤੀ ਰੱਖਦਾ। ਤੇ ਜਿਹੜਾ ਹਸਤੀ ਰੱਖ ਰਿਹਾ ਹੈਗਾ, ਇਹ ਹਜੇ ਮਾਇਆ ਦੀ ਜੁੱਤੀ ਦੇ ਥੱਲੇ ਹੈ। ਸਾਤਵਿਕ ਗੁਣਾਂ ਦੀ ਵਿਚਾਰ ਤੇ ਕਰ ਰਿਹਾ, ਨਿਕਲਿਆ ਨਹੀਂ ਸ਼ਿਕੰਜੇ 'ਚੋਂ, ਬਾਹਰ ਨਹੀਂ ਨਿਕਲਿਆ। ਤੁਹਾਨੂੰ ਪਤਾ ਹੈ, ਜਦੋਂ ਇੱਕ ਮੱਛਲੀ ਫੜਨ ਵਾਲਾ ਜਦੋਂ ਜਾਲ ਪਾਉਂਦਾ ਹੈ, ਸੁੱਟਦਾ ਹੈ ਨਹਿਰ ਦੇ ਵਿੱਚ, ਤੇ ਮੱਛੀਆਂ ਫੜੀਆਂ ਜਾਂਦੀਆਂ ਨੇ। 3 ਤਰ੍ਹਾਂ ਦੀਆਂ ਮੱਛੀਆਂ ਆਉਂਦੀਆਂ ਨੇ ਇੱਕ ਜਾਲ ਦੇ ਵਿੱਚ। ਇੱਕ ਜਾਲ ਦੇ ਵਿੱਚ 3 ਤਰ੍ਹਾਂ ਦੀਆਂ ਮੱਛੀਆਂ ਫੜੀਆਂ ਜਾਂਦੀਆਂ। ਇੱਕ ਐਸੀਆਂ ਮੱਛੀਆਂ ਜਿਹੜੀਆਂ ਕੋਈ ਉਦਮ ਨਹੀਂ ਕਰਦੀਆਂ, ਫੜੀਆਂ ਗਈਆਂ ਪਰ ਫੜੀਆਂ ਗਈਆਂ, ਬਿਲਕੁਲ ਬੈਠੇ ਨੇ ਆਰਾਮ ਨਾਲ, ਫੜੀਆਂ ਗਈਆਂ। ਦੂਸਰੀਆਂ ਉਹ ਜਿਹੜੀਆਂ ਛਾਲਾਂ ਬੜੀਆਂ ਮਾਰਦੀਆਂ ਨੇ, ਫਸੀਆਂ ਤੇ ਨੇ ਜਾਲ ਦੇ ਵਿੱਚ, ਮਗਰ ਛਾਲਾਂ ਮਾਰਦੀਆਂ ਨੇ, ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀਆਂ ਨੇ, ਉਦਮ ਕਰਦੀਆਂ ਨੇ ਕਿਸੇ ਤਰੀਕੇ ਨਿਕਲੀ। ਔਰ ਤੀਸਰੀ ਉਹ ਜਿਹੜੇ ਛਾਲ ਮਾਰ ਕੇ ਬਾਹਰ ਨਿਕਲ ਜਾਂਦੀਆਂ। ਜੀਵ ਵੀ ਐਸੇ ਨੇ ਸੰਸਾਰ ਦੇ ਤਖਤੇ ਦੇ ਉੱਤੇ, ਐਸੇ ਹੀ ਨੇ। ਇੱਕ ਤੇ ਬਿਲਕੁਲ ਅਚੇਤ ਨੇ, ਮਾਨਸਿਕ ਤਲ ਦੇ ਉੱਤੇ ਬਿਲਕੁਲ ਅਚੇਤ ਪਏ ਨੇ, ਸੁੱਤੇ ਪਏ ਨੇ, ਕੁਝ ਵੀ ਨਹੀਂ, ਕੋਈ ਗਿਆਨ ਨਹੀਂ ਹੈ। ਇੱਕ ਉਹ ਜਿਸ ਤਰ੍ਹਾਂ ਅਸੀਂ ਤੇ ਤੁਸੀਂ ਗੁਰਦੁਆਰੇ ਆਏ ਹਾਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਚੰਗੁਲ 'ਚੋਂ ਨਿਕਲਣ ਦੀ। ਔਰ ਇੱਕ ਉਹ ਨੇ ਜਿਹੜੇ ਇਸ ਮਾਇਆ ਪਾਸ਼ ਨੂੰ ਕੱਟ ਕੇ ਨਿਕਲ ਗਏ, ਜਿਨ੍ਹਾਂ ਨੂੰ ਅਸੀਂ ਭਗਤ ਆਖਦੇ ਹਾਂ, ਗੁਰਮੁਖ ਆਖਦੇ ਹਾਂ, ਸੰਤ ਆਖਦੇ ਹਾਂ। ਇਹ ਮਾਇਆ ਪਾਸ਼ ਕੱਟ ਕੇ ਨਿਕਲ ਗਏ, ਔਰ ਉਹਨਾਂ ਨੇ ਮਾਇਆ ਦੇ ਇਹਨਾਂ ਗੁਣਾਂ ਨੂੰ ਕੱਟ ਕੇ ਇੱਕ ਐਸੀ ਅਵਸਥਾ ਪ੍ਰਾਪਤ ਕੀਤੀ ਜਿਹਨੂੰ ਬਾਣੀ ਨੇ ਆਖਿਆ ਹੈ ਚੌਥਾ ਪਦ, ਸਹਿਜ ਅਵਸਥਾ, ਤੁਰੀਆ ਅਵਸਥਾ, ਸੁੰਨ ਸਮਾਧ ਦੀ ਅਵਸਥਾ। ਉੱਥੇ ਮਾਇਆ ਨਹੀਂ ਪਹੁੰਚੀ। ਤੇ ਮਹਾਰਾਜ ਆਪਣੀ ਬਾਣੀ 'ਚ ਉਚਾਰਨ ਕਰਦੇ ਨੇ, ਤੂੰ ਕਰਤਾਰ ਕਰੇ ਸੋਏ, ਜੋ ਤੂੰ ਕਰਦਾ ਹੁੰਦਾ ਉਹੀ ਹੈ। ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ। ਸਾਨੂੰ ਬੇਸ ਵੀ ਤੇਰਾ ਹੀ ਹੈ, ਆਧਾਰ ਵੀ ਤੇਰਾ ਹੀ ਹੈ। ਰਹਾਓ ਹੈ
ਤੂੰ ਹੈ, ਤੂੰ ਹੋਵਨਹਾਰ, ਤੂੰ ਹੀ ਹੈ ਪ੍ਰਭੂ, ਤੂੰ ਹੀ ਹੋਣਹਾਰ ਹੈਗਾ। ਅਗਮ, ਜਿੱਥੇ ਤੱਕ ਗਮਤਾ ਨਾ ਹੋ ਸਕੇ, ਅਗਾਧ, ਜਿੱਦਾਂ ਥਾਂ ਨਹੀਂ ਪਾਇਆ ਜਾ ਸਕਦਾ, ਊਚ ਅਪਾਰ, ਬੜਾ ਬੇਅੰਤ ਹੈ ਤੂੰ, ਤੇਰਾ ਪਾਰਲਾ ਬੰਨਾ ਨਹੀਂ ਲੱਭਦਾ ਹੈਗਾ। ਜੋ ਤੁਧ ਸੇਵੈ ਤਿਨ ਭਉ ਦੁੱਖ ਨਾਹੀਂ। ਇਹ ਮੇਰੇ ਵਾਹਿਗੁਰੂ, ਜਿਹੜਾ ਤੇਰੀ ਸ਼ਰਨ ਪੈ ਜਾਂਦਾ ਹੈ ਫਿਰ ਉਹਨਾਂ ਨੂੰ ਕੋਈ ਭਉ ਨਹੀਂ ਰਹਿੰਦਾ। ਭਉ ਦੇ ਅਰਥ ਹੁੰਦੇ ਨੇ ਡਰ। ਤੇ ਮਹਾਰਾਜ ਨੇ ਆਪਣੀ ਬਾਣੀ 'ਚ ਇਸ ਤਰ੍ਹਾਂ ਉਚਾਰਨ ਕੀਤਾ ਹੈ, ਸਤਿਗੁਰ ਪੂਰਾ ਨਿਰਵੈਰ, ਗੁਰ ਪੂਰਾ ਨਿਰਵੈਰ ਹੈ, ਨਿੰਦਕ ਦੋਖੀ ਬੇਮੁਖ ਤਾਰੇ। ਗੁਰ ਪੂਰਾ ਨਿਰਭਉ ਸਦਾ, ਗੁਰੂ ਨਿਰਭਉ ਹੈ। ਤੇ ਜਿਹੜਾ ਨਿਰਭਉ ਦੀ ਸ਼ਰਨ ਵਿੱਚ ਆਉਂਦਾ ਹੈ ਉਹ ਵੀ ਭੈ ਤੋਂ ਰਹਿਤ ਹੋ ਜਾਂਦਾ ਹੈ। ਜੋ ਤੁਧ ਸੇਵੇ ਤਿਨ ਕੋ ਭਉ ਨਾਏ, ਗੁਰ ਪ੍ਰਸਾਦ ਨਾਨਕ ਗੁਣ ਗਾਏ। ਐ ਮੇਰੇ ਵਾਹਿਗੁਰੂ, ਤੁਹਾਡੀ ਕਿਰਪਾ ਦੇ ਨਾਲ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਨਾਨਕ ਗੁਣ ਗਾਏ। ਮਹਾਰਾਜ ਉਚਾਰਨ ਕਰਦੇ, ਮੈਂ ਤੁਹਾਡੇ ਗੁਣ ਗਾਉਂਦਾ। ਜੋ ਦਿਸੇ ਸੋ ਤੇਰਾ ਰੂਪ, ਮੈਨੂੰ ਜੋ ਦਿਖਾਈ ਦਿੰਦਾ ਹੈ ਸਭ ਤੇਰਾ ਹੀ ਰੂਪ ਹੈ। ਮਗਰ ਮੈਂ ਵੀ ਦੇਖ ਰਿਹਾ ਜਗਤ ਨੂੰ, ਬਾਣੀ ਵੀ ਪੜ੍ਹਦਾ, ਨਾਮ ਵੀ ਜਪਦਾ, ਮਗਰ ਹਜੇ ਮੇਰੇ ਲਈ ਮੇਰੇ ਆਪਣੇ ਆਪਣੇ ਨੇ, ਬੇਗਾਨੇ ਬੇਗਾਨੇ ਨੇ। ਜਿਹੜਾ ਰੱਬ ਦੇ ਨਜ਼ਦੀਕ ਹੋ ਜਾਂਦਾ ਹੈ, ਜਿਹਦੇ ਅੰਦਰ ਕਿਤੇ ਕਣੀ ਪਹੁੰਚ ਜਾਂਦੀ ਹੈ ਬਾਣੀ ਦੀ, ਫਿਰ ਨਾ ਕੋ ਬੈਰੀ ਨਹੀਂ ਬੇਗਾਨਾ, ਕੋਈ ਵੈਰੀ ਨਹੀਂ, ਕੋਈ ਬੇਗਾਨਾ ਨਹੀਂ। ਹਜੇ ਤੱਕ ਉਹ ਅਵਸਥਾ ਨਹੀਂ ਬਣੀ। ਹਜੇ ਮੇਰੇ ਲਈ ਆਪਣੇ ਆਪਣੇ ਨੇ, ਬੇਗਾਨੇ ਬੇਗਾਨੇ ਨੇ, ਦੁਸ਼ਮਨ ਦੁਸ਼ਮਨ ਹੈ, ਮਿੱਤਰ ਮਿੱਤਰ ਹੈ। ਮਗਰ ਇੱਕ ਐਸੀ ਅਵਸਥਾ, ਜਿਸ ਅਵਸਥਾ ਦਾ ਬਿਆਨ ਸਾਹਿਬ ਆਪਣੀ ਬਾਣੀ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ। ਜੋ ਦੀਸੇ ਸੋ ਤੇਰਾ ਰੂਪ, ਮੈਨੂੰ ਜੋ ਦਿਖਾਈ ਦੇ ਰਿਹਾ ਹੈ, ਜਿੱਧਰ ਵੇਖਦਾ ਤੂੰ ਹੀ ਨਜ਼ਰ ਆਉਂਦਾ ਹੈ। ਗੁਣ ਨਿਧਾਨ ਗੋਬਿੰਦ ਅਨੂਪ, ਇਹ ਗੁਣਾਂ ਦੇ ਖਜ਼ਾਨੇ ਗੋਬਿੰਦ, ਇਹ ਪਰਿਪੂਰਨ ਪ੍ਰਮਾਤਮਾ, ਉਪਮਾ ਤੋਂ ਰਹਿਤ ਵਾਹਿਗੁਰੂ। ਸਿਮਰ 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 ਜਨ ਸੋਏ। ਧਿਆਨ ਦੇਣਾ, ਇਹ ਬਚਨ ਮਹਾਰਾਜ ਨੇ 3 ਵਾਰੀ ਉਚਾਰਨ ਕੀਤੇ ਨੇ, ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋ। ਇਸ ਪੰਕਤੀ ਦੇ ਉੱਤੇ ਜਰਾ ਕਹਿਣਾ, ਅਸੀਂ ਜਦੋਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੈਗੇ ਹਾਂ ਤੇ ਮਹਾਰਾਜ ਦੀ ਪਹਿਲੀ ਪੰਕਤੀ ਦੇ ਵਿੱਚ ਹੀ ਇਹ ਬਚਨ ਆਉਂਦਾ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਮਹਾਰਾਜ ਨੇ ਸਭ ਤੋਂ ਵੱਡੀ ਕੁੰਜੀ ਸਾਡੇ ਹੱਥ ਦੇ ਦਿੱਤੀ। ਹੁਣ ਇੱਕ ਸਾਧੂ ਦੇ ਕੋਲ ਕੋਈ ਪਹੁੰਚਿਆ ਹੈਗਾ ਤੇ ਉੱਥੇ ਜਾ ਕੇ ਕਹਿੰਦਾ ਹੈ, ਮੈਂ ਜੀ ਕੀ ਕਰਦੇ ਹੋ ਜੀ? ਮਹਾਰਾਜ ਦੀ ਬਾਣੀ ਪੜ੍ਹਦੇ ਹਾਂ। ਕਿਹੜੀ ਪੜ੍ਹਦੇ ਹੋ? ਸੁਖਮਨੀ ਸਾਹਿਬ ਪੜ੍ਹਦੇ ਹਾਂ। ਕਿੰਨੇ ਪਾਠ? ਰੋਜ਼ ਦੇ 4 ਪਾਠ ਮਹਾਰਾਜ ਕਰਾ ਹੀ ਲੈਂਦੇ ਨੇ, 4-4 ਪਾਠ ਕਰ ਲੈਂਦੇ ਨੇ। ਐਸੇ ਵੀ ਗੁਰਮੁਖ ਪਿਆਰੇ ਬੈਠੇ। ਕਹਿੰਦੇ ਬਹੁਤ ਉੱਤਮ ਗੱਲ ਹੈ, ਬਹੁਤ ਅੱਛੀ ਗੱਲ ਹੈ, ਬਹੁਤ ਨੇਕ ਗੱਲ ਹੈ। ਮਗਰ ਇੱਕ ਗੱਲ ਦੱਸੋ, ਜੇ ਕਿਸੇ ਮਨੁੱਖ ਨੇ ਅੰਮ੍ਰਿਤਸਰ ਜਾਣਾ ਹੋਵੇ ਦਿੱਲੀ ਤੋਂ, ਤੇ ਦਿੱਲੀ ਤੋਂ ਜਾਣ ਵੇਲੇ ਉਹਨੇ ਆਪਣੀ ਗੱਡੀ ਤਿਆਰ ਕੀਤੀ, ਸਭ ਕੁਝ ਪਾ ਲਿਆ, ਸਾਰੀ ਤਿਆਰੀ ਕਰ ਲਈ, ਗੱਡੀ ਲਾ ਕੇ ਉਸ ਥਾਂ 'ਤੇ, ਉਸ ਮੋੜ ਦੇ ਉੱਤੇ ਖੜੀ ਕਰ ਦਿੱਤੀ, ਜਿਸ ਮੋੜ 'ਤੇ ਇੱਕ ਰੋਡ ਮਾਈਲ ਲੱਗਿਆ ਹੋਇਆ ਸੀ, ਮਾਈਲ ਸਟੋਨ ਲੱਗਿਆ ਹੋਇਆ, ਜਿਹਦੇ ਉੱਤੇ ਲਿਖਿਆ ਹੋਇਆ ਸੀ ਅੰਮ੍ਰਿਤਸਰ ਇਸ ਸਾਈਡ ਹੈਗਾ ਤੇ ਇੰਨੇ ਕਿਲੋਮੀਟਰ 'ਤੇ ਹੈਗਾ। ਕਹਿੰਦੇ ਗੱਡੀ ਜਦ ਖਿਲਾਰਤੀ ਉਸ 'ਤੇ ਬਿਲਕੁਲ ਲਾਗੇ ਜਾ ਕੇ, ਤੇ ਸਾਰਾ ਦਿਨ ਬੈਠ ਕੇ ਪੜ੍ਹੀ ਜਾਵੇ, ਅੰਮ੍ਰਿਤਸਰ ਇੰਨੇ ਕਿਲੋਮੀਟਰ, 500 ਕਿਲੋਮੀਟਰ, ਅੰਮ੍ਰਿਤਸਰ 500 ਕਿਲੋਮੀਟਰ, ਪਹੁੰਚ ਜਾਏਗਾ? ਪਹੁੰਚ ਜਾਏਗਾ? ਸਿੱਧੀ ਜੀ ਗੱਲ ਹੈ, ਪੜ੍ਹ ਕੇ ਤਾਂ ਨਹੀਂ ਪਹੁੰਚਿਆ ਜਾਏਗਾ ਨਾ। ਜੋ ਗੁਰੂ ਨੇ ਹੁਕਮ ਕੀਤਾ ਉਹਨੂੰ ਫੋਲੋ ਵੀ ਕਰਨਾ ਪਏਗਾ। ਫੋਲੋ ਜਦ ਤੱਕ ਅਸੀਂ ਰੋਡ ਫੋਲੋ ਨਹੀਂ ਕਰਾਂਗੇ ਪਹੁੰਚ ਨਹੀਂ ਸਕਦੇ। ਤੇ ਫੋਲੋ ਕਰਨ ਦੇ ਅਰਥ ਹੈਗੇ ਨੇ, ਸਾਹਿਬ ਨੇ ਕਿਹਾ ਸਿਮਰੋ, ਤੇ ਸਿਮਰਨ ਦੇ ਅਰਥ ਨੇ ਜਪੋ, ਜਪਣ ਦੇ ਅਰਥ ਨੇ ਵਾਹਿਗੁਰੂ। ਜਪੋ, ਇੱਕ ਮਿੰਟ, ਵਾਹਿਗੁਰੂ 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 ਵਾਹਿਗੁਰੂ। ਖੁੱਲ ਕੇ ਵਾਹਿਗੁਰੂ 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 ਵਾਹਿਗੁਰੂ। ਉਚਾਰਨ ਕਰੋ ਜੀ, ਸਤਨਾਮ ਸ਼੍ਰੀ। ਇਹੀ ਉਹ ਮੰਤਰ ਹੈ ਜਿਹਨੂੰ ਜਪ ਕੇ
ਗੁਰਮੁਖਾਂ ਨੇ ਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ, ਅਸੀਂ ਵੀ ਜਪ ਰਹੇ ਹਾਂ, ਸਾਨੂੰ ਖੁਸ਼ੀ ਕਿਉਂ ਨਹੀਂ ਪ੍ਰਾਪਤ ਹੁੰਦੀ? ਸਵਾਲ। ਮਹਾਰਾਜ ਨੇ ਆਪਣੀ ਬਾਣੀ ਦੇ ਕੁਛ ਵੀ ਨਹੀਂ ਲੁਕਾਇਆ ਹੈਗਾ। ਰਾਮ ਰਾਮ ਸਭ ਕੋ ਕਹੈ, ਕਹੀਏ ਰਾਮ ਨਾ ਹੋਏ। ਰਾਮ ਰਾਮ ਜਪ ਕੇ ਵਾਹਿਗੁਰੂ, ਵਾਹਿਗੁਰੂ ਜਪ ਕੇ ਵਾਹਿਗੁਰੂ ਵਰਗੇ ਨਹੀਂ ਹੋ ਗਏ। ਗੁਰ ਪ੍ਰਸਾਦੀ ਰਾਮ ਮਨ ਵਸੇ, ਤਾਂ ਫਲ ਪਾਵੇ ਕੋਈ। ਇੱਥੇ ਗੁਰੂ ਦੀ ਕਿਰਪਾ ਹੋਵੇ, ਗੁਰੂ ਕਲੇਜੇ ਕਿਤੇ ਵਸ ਜਾਵੇ, ਤਾਂ ਪਤਾ ਚੱਲੇਗਾ ਵਾਹਿਗੁਰੂ ਜਪਿਆ ਹੋਇਆ ਕਦੋਂ ਫਲੀਭੂਤ ਹੋਇਆ। ਦਿਖਾਵਾ ਕਰਨ ਨਾਲ ਨਹੀਂ, ਦਿਖਾਵਾ ਕਰਨ ਨਾਲ ਨਹੀਂ। ਤੇ ਮਹਾਰਾਜ ਉਚਾਰਨ ਕਰਦੇ ਨੇ, ਨਾਨਕ ਕਰਮ ਪ੍ਰਾਪਤ ਹੋਏ। ਕਰਮ ਦੇ ਅਰਥ ਨੇ ਬਖਸ਼ਿਸ਼। ਇਹ ਪਰਿਪੂਰਨ ਪਰਮਾਤਮਾ ਤੁਹਾਡੀ ਪ੍ਰਾਪਤੀ ਤੁਹਾਡੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦੀ। ਜਿਨ ਜਪਿਆ ਤਿਸ ਕੋ ਬਲਿਹਾਰ। ਉਹਨਾਂ ਦੇ ਉੱਤੇ ਵਾਰੇ ਵਾਰੇ ਜਾਵਾਂ ਜਿਹੜੇ ਆਪ ਦਾ ਨਾਮ ਜਪਦੇ ਨੇ। ਤਿਸ ਕੇ ਸੰਗ ਤਰੇ ਸੰਸਾਰ। ਜਿਹੜੇ ਆਪ ਜਪਦੇ ਨੇ ਨਾ, ਧਿਆਨ ਦੇਣਾ, ਇੱਕ ਇਹੀ ਬਾਣੀ ਹੈ, ਇਹੀ ਕੀਰਤਨ ਹੈ, ਆਪ ਜੀ ਸਰਵਣ ਕਰਦੇ। ਕਈ ਵਾਰ ਤੁਸੀਂ ਕਿਸੇ ਰਾਗੀ ਸਿੰਘ ਕੋਲੋਂ, ਕਿਸੇ ਗੁਰਮੁਖ ਪਿਆਰੇ ਕੋਲੋਂ ਇਸ ਬਾਣੀ ਦਾ ਕੀਰਤਨ ਸੁਣੋ, ਨਹੀਂ ਆਨੰਦ ਬੰਦਾ, ਨਹੀਂ ਖੇੜ ਬੰਦੀ। ਇਹੀ ਬਾਣੀ ਦਾ ਕੀਰਤਨ ਕੋਈ ਜੁੜਿਆ ਹੋਈ ਗੁਰਮੁਖ ਰੂਹ ਆ ਕੇ ਬੈਠ ਕੇ ਕਰੇ ਤੇ ਇਹੀ ਬਾਣੀ ਬੜੀ ਮਿੱਠੀ ਲੱਗਦੀ ਹੈ, ਬੜਾ ਆਨੰਦ ਆਉਂਦਾ। ਐਸੀ ਬਾਣੀ ਦਾ ਪਾਠ ਸੁਣਨਾ, ਕੀਰਤਨ ਸੁਣਨਾ, ਕਥਾ ਸੁਣਨੀ ਕਿਸੇ ਗੁਰਮੁਖ ਦੇ ਮੂੰਹ 'ਚੋਂ ਬੜੀ ਮਿੱਠੀ ਲੱਗਦੀ, ਬਹੁਤ ਮਿੱਠੀ ਲੱਗਦੀ। ਤੇ ਆਮ ਸਧਾਰਨ ਮੁਖ ਦੇ ਬੰਦੇ ਦੇ ਮੂੰਹ 'ਚ ਉਹੀ ਬਾਣੀ ਨਹੀਂ ਮਿੱਠੀ ਲੱਗਦੀ। ਕੀ ਗੱਲ ਹੈਗੀ? ਮਹਾਰਾਜ ਨੇ ਉਚਾਰਨ ਕੀਤਾ, ਇਹੀ ਬਾਣੀ ਅਸੀਂ ਪੜ੍ਹਦੇ ਹਾਂ ਨਹੀਂ ਰਸ ਆਉਂਦਾ, ਇਹੀ ਬਾਣੀ ਕਿਸੇ ਗੁਰਮੁਖ ਦੇ ਮੂੰਹ 'ਚ ਸੁਣੋ ਸਵਾਦ ਆ ਜਾਂਦਾ ਹੈ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ, ਗੱਜ ਕੇ ਬੋਲੋ, ਨਾਮ ਪ੍ਰਭੂ ਕਾ ਲਾਗਾ ਮੀਠਾ। ਇਹੀ ਬਾਣੀ ਹੈਗੀ। ਜਦੋਂ ਕਿਸੇ ਸਾਧੂ ਦੇ ਮੂੰਹ 'ਚੋਂ ਸੁਣੋ ਤੇ ਬੜੀ ਮਿੱਠੀ ਲੱਗਦੀ ਹੈਗੀ। ਤੇ ਮਹਾਰਾਜ ਉਚਾਰਨ ਕਰਦੇ, ਜਿਨ੍ਹਾਂ ਨੇ ਜਪਿਆ ਐਸੇ ਗੁਰਮੁਖਾਂ ਦੇ, ਇਹਨਾਂ ਦੀ ਕੋਈ ਸੰਗਤ ਕਰਦਾ, ਤਿਨ ਕੇ ਸੰਗ ਤਰੇ ਤਿਸ ਕੈ ਸੰਗ ਤਰੇ ਸੰਸਾਰ। ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਂਛੋ ਦੂਰ। ਮੈਂ ਐਸੇ ਗੁਰਮੁਖਾਂ ਦੀ ਚਰਨ ਧੂੜੀ ਬਾਂਛਦਾ, ਲੋਚਦਾ, ਜਿਹੜੇ ਤੇਰੇ ਚਰਨਾਂ ਦੇ ਨਾਲ ਜੁੜੇ ਹੋਏ ਨੇ, ਜਿਹੜੇ ਤੇਰਾ ਨਾਮ ਜਪਦੇ ਨੇ, ਜਿਹੜੇ ਕਿਸੇ ਤਰ੍ਹਾਂ ਦਾ ਕੋਈ ਪਖੰਡ, ਕੋਈ ਦਿਖਾਵਾ ਨਹੀਂ ਕਰਦੇ, ਜਿਹੜੇ ਤੇਰੇ ਭਉ ਦੇ ਵਿੱਚ ਟਿਕੇ ਰਹਿੰਦੇ ਨੇ। ਐਸੇ ਦੀਨ ਦਿਆਲ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਮੈਂ ਐਸੇ ਗੁਰਮੁਖਾਂ ਦੀ ਸੰਗਤ ਚਾਹੁੰਦਾ। ਇੰਨੀਆਂ ਬੇਨਤੀਆਂ ਪ੍ਰਵਾਨ। ਬੇਅੰਤ ਪ੍ਰਕਾਰ ਦੀਆਂ ਟੁੱਟੀਆਂ ਵਗੀਆਂ ਹੋਈਆਂ ਹੋਣਗੀਆਂ। ਸੰਗਤ ਜੀ ਮੂਰਖ ਅਲਪਕ ਜਾਣ ਕੇ ਬਖਸ਼ ਲੈਣਾ। ਇੱਕ ਵੇਰਾ ਇਹ ਬਚਨ ਪੜੋ, ਸਮਾਪਤੀ ਏ। ਗੁਰ ਵਡਭਾਗੀ ਪਾਇਆ, ਐਸਾ ਗੁਰ ਵਡਭਾਗੀ ਪਾਇਆ। ਗੁਰ ਵਡਭਾਗੀ ਪਾਇਆ, ਗੁਰ ਵਡਭਾਗੀ ਪਾਇਆ, ਐਸਾ ਗੁਰ ਵਡਭਾਗੀ ਪਾਇਆ। ਗੁਰ ਵਡਭਾਗੀ ਪਾਇਆ, ਐਸਾ ਗੁਰ ਵਡਭਾਗੀ ਪਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਬਹੁਤ ਬਹੁਤ ਧੰਨਵਾਦ। ਬੇਅੰਤ ਤਰੁੱਟੀਆਂ ਅਵਗਿਆ ਹੋ ਗਈਆਂ, ਮੂਰਖ ਅਲਪਕ ਜਾਣ ਕੇ ਸੰਗਤ ਜੀ ਬਖਸ਼ ਲੈਣਾ। ਪਹਿਲੀ ਵਾਰੀ ਹਾਜ਼ਰੀ ਭਰੀ ਹੈਗੀ ਹੈ, ਬੇਅੰਤ ਗਲਤੀਆਂ ਹੋਈਆਂ ਹੋਣਗੀਆਂ। ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਪ੍ਰਬੰਧਕਾਂ ਦਾ ਧੰਨਵਾਦ ਜਿਨ੍ਹਾਂ ਨੇ ਮੂਰਖ ਨੂੰ ਸਮਾਂ ਬਖਸ਼ਿਆ ਹੈਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ, ਭੁੱਲਾਂ ਚੁੱਕਾਂ ਬਖਸ਼ੀਆਂ। ਫਤਿਹ ਬੁਲਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।